ਅਮਨਦੀਪ ਮੈਡੀਸਿਟੀ ਹਸਪਤਾਲ ਵੱਲੋਂ ਇੱਕ ਹੀ ਛੱਤ ਥੱਲੇ ਨਵ ਜੰਮੇ ਬੱਚੇ ਅਤੇ ਮਾਂ ਦੀ ਪੂਰੀ ਦੇਖਭਾਲ ਕਰਨ ਲਈ ਵਿਭਾਗ ਵੱਲੋਂ ਸ਼ੁਰੂਆਤ ਕੀਤੀ ਗਈ ਹੈ। ਇਸ ਵਿੱਚ ਇੱਕ ਸਰਜਨ, ਇੱਕ ਗਾਇਨੋਲਿਸਟ ਅਤੇ ਹੋਰ ਵੀ ਵਿਭਾਗ ਦੇ ਡਾਕਟਰ ਮਿਲ ਕੇ ਕੰਮ ਕਰਨਗੇ। ਇਸ ਮੌਕੇ ਡਾਕਟਰ ਅਮਨਦੀਪ ਕੌਰ, ਡਾਕਟਰ ਮਿਗਲਾਨੀ, ਡਾਕਟਰ ਸਿਧਾਂਸ਼ੂ ਬਾਂਸਲ ਅਤੇ ਡਾਕਟਰ ਜਸਲੀਨ ਹਾਜ਼ਰ ਸਨ। ਦਰਪਣ ਟੀਵੀ ਤੋਂ ਕਵਲਜੀਤ ਸਿੰਘ ਦੇ ਨਾਲ ਮਧੂ ਰਾਜਪੂਤ ਦੀ ਰਿਪੋਰਟ। ਮੈਂ ਡਾਕਟਰ ਅਮਨਦੀਪ ਕੌਰ, ਆਈ ਐਮ ਅ ਚੀਫ ਐਗਜ਼ੈਕਟਿਵ ਆਫਿਸਰ ਆਫ ਅਮਨਦੀਪ ਗਰੁੱਪ ਐਂਡ ਅ ਡਾਇਰੈਕਟਰ ਆਫ ਅਮਨਦੀਪ ਗਰੁੱਪ। ਜਿਵੇਂ ਕਿ ਅਮਨਦੀਪ ਗਰੁੱਪ ਜਿਹੜਾ ਹੈ ਉਹਦਾ ਬੇਸਿਕ ਏਮ ਹੁੰਦਾ ਹੈ ਕਿ ਜਿਹੜੀ ਵੀ ਸਪੈਸ਼ਲਿਟੀ ਅਸੀਂ ਸ਼ੁਰੂ ਕਰਦੇ ਹਾਂ ਉਹਦੀ ਕੰਪਰੀਹੈਂਸਿਵ ਕੇਅਰ ਅੰਡਰ ਵਨ ਰੂਫ ਦਿੱਤੀ ਜਾਵੇ। ਇਸੇ ਤਰ੍ਹਾਂ ਹੀ ਮਾਂ ਤੇ ਬੱਚੇ, ਜਿਹਨੂੰ ਕਿ ਅਸੀਂ ਜੱਚਾ ਬੱਚਾ ਕਹਿੰਦੇ ਹਾਂ, ਉਹਨਾਂ ਦੀ ਕੰਪਲੀਟ ਕੇਅਰ ਅਮਨਦੀਪ ਮੈਡੀਸਿਟੀ ਦੀ ਛੱਤ ਦੇ ਥੱਲੇ ਦਿੱਤੀ ਜਾਏਗੀ ਤੇ ਮਰੀਜ਼ ਨੂੰ ਕਿਤੇ ਵੀ ਇੱਧਰ ਉੱਧਰ ਸੇਵਾਵਾਂ ਲਈ ਨਹੀਂ ਜਾਣਾ ਪਏਗਾ। ਉਹਦੇ ਲਈ ਅਸੀਂ ਸ਼ੁਰੂ ਹੋਈਏ ਫਰੋਮ ਐਂਟੀਨੇਟਲ ਕੇਅਰ। ਜਿਸ ਦਿਨ ਮਾਂ ਪ੍ਰੈਗਨੈਂਟ ਹੁੰਦੀ ਹੈ ਤੇ ਮਦਰ ਨੂੰ ਕੀ ਚਾਹੀਦਾ ਹੁੰਦਾ ਹੈ, ਡਾਇਗਨੋਸਟਿਕ ਸਰਵਿਸਿਜ਼, ਲੈਬ ਦੀਆਂ ਤੇ ਰੇਡੀਓਲੋਜੀ ਸਰਵਿਸਿਜ਼, ਜਿਹਦੇ ਵਿੱਚ ਅਸੀਂ ਅਲਟਰਾਸਾਊਂਡ ਐਂਡ ਅਦਰ ਸਕੈਨਸ ਜਿਹੜੇ ਨੇ ਡਿਫਰੈਂਟ ਤਰ੍ਹਾਂ ਦੇ ਹੁੰਦੇ ਨੇ, ਦੇ ਆਰ ਆਲ ਅਵੇਲੇਬਲ ਇਨ ਅਮਨਦੀਪ ਮੈਡੀਸਿਟੀ। ਤੇ ਨਾਲ ਸਭ ਤੋਂ ਜ਼ਰੂਰੀ ਹੁੰਦਾ ਹੈ ਆਬਸਟੇਟੀਸ਼ਨ ਦਾ ਹੋਣਾ। ਸੋ ਗਾਇਨੀ ਆਬਸਟੈਟਿਕਸ ਕਿਉਂਕਿ 24 ਘੰਟੇ ਚੱਲਣ ਵਾਲੀ ਸਪੈਸ਼ਲਿਟੀ ਹੈ, ਇਸ ਕਰਕੇ 2 ਸੀਨੀਅਰ ਗਾਇਨੋਕੋਲੋਜਿਸਟ ਐਂਡ ਆਬਸਟੇਟੀਸ਼ੀਅਨਸ ਸਾਡੇ ਰੋਲ ਦੇ ਉੱਤੇ ਨੇ। ਡਾਕਟਰ ਸੀਤਾ ਸ਼ਰਮਾ, ਆਈ ਥਿੰਕ ਕਿਸੇ ਵੀ ਤੁਹਾਨੂੰ ਉਹਨਾਂ ਨੂੰ ਦੱਸਣਾ ਨਹੀਂ ਪਏਗਾ ਕਿ ਉਹ ਕਿਸੇ ਵੀ ਸਾਡੇ ਦੇ ਮੁਹਤਾਜ ਹੈ ਸਾਡੀ ਇੰਟਰੋਡਕਸ਼ਨ ਦੇ, ਐਂਡ ਡਾਕਟਰ ਮੋਨਿਕਾ ਮਹੇਸ਼ਵਰੀ। So we have 2 gynecologists and obstetricians who are there to take care of all the pregnant women and even of those women जिन्हां दे pregnancy नहीं हुंदी तो who need special procedures and certain medical help to get pregnant. They are specialists in IVF also. उस तो बाद डिलीवरी वेले तक साडे कोल सारा कुछ है, प्रॉपर लेबर रूम्स है, प्रॉपर ऑपरेशन थिएटर्स है। उस तो बाद आ जाती बच्चे की केयर। बच्चे की केयर लिए साढ़े कोल 2 पीडियाट्रिशियंस एंड न्यूरोनोटोलॉजिस्ट है, तुहाडे सामने बैठे हुए ने डॉक्टर नवजोत ते डॉक्टर जसलीन। मैं इन्हां दोनों दी सेवावां जिहड़ियां बखूबी देख लईआं ने पिछले कुछ महीनों एंड आई एम प्राउड टू से कि साढ़े एक मुंडे दे 700 ग्राम की बच्ची नूं मेरियां अखां दे सामने इन्ना बचाया है ਤੇ ਉਹ ਬੱਚੀ ਇਸ ਵੇਲੇ 4 ਮਹੀਨਿਆਂ ਦੀ ਹੋ ਚੁੱਕੀ ਹੈ। ਵੀ ਨੀਡ ਟੂ ਐਪਰੀਸ਼ੀਏਟ ਡਾਕਟਰ ਜਸਲੀਨ ਦਾ ਐਫਰਟ ਐਂਡ ਡਾਕਟਰ ਜਸਲੀਨ ਦੀ ਆਪਣੀ ਵੀ ਉਦੋਂ ਡਿਲੀਵਰੀ ਹੋਣ ਵਾਲੀ ਸੀ। ਸ਼ੀ ਹੈਡ ਪੁੱਟ ਇਨ ਸੋ ਮਚ ਆਫ ਐਫਰਟ। ਤੁਸੀਂ ਸਾਰੇ ਦੀਪਕ ਨੂੰ ਜਾਣਦੇ ਹੋ, ਉਹ ਦੀਪਕ ਦੀ ਬੱਚੀ ਸੀ ਔਰ ਬੜਾ ਹੀ ਪਿਆਰਾ ਬੱਚਾ ਹੈ ਹੁਣ ਇਸ ਵੇਲੇ, ਐਂਡ ਉਹ ਸਿਰਫ 700 ਗ੍ਰਾਮ ਦੀ ਸੀ। ਅਸੀਂ ਸਾਰਿਆਂ ਨੇ ਫਿੰਗਰਸ ਕ੍ਰਾਸ ਕੀਤੀਆਂ ਹੋਈਆਂ ਸੀ। ਉਹਨੂੰ ਬੜੇ ਪਿਆਰ ਨਾਲ ਅਸੀਂ ਸਮਝਾਉਂਦੇ ਸੀ ਕਿ ਦੀਪਕ ਕਿਸੇ ਵੇਲੇ ਵੀ ਕੋਈ ਅਬੀ-ਨਬੀ ਹੋ ਸਕਦੀ, ਆਪਾਂ ਮੈਂਟਲੀ ਪ੍ਰੀਪੇਅਰਡ ਰਹੀਏ, ਆਪਣੀ ਫੈਮਿਲੀ ਨੂੰ ਸਮਝਾਈਏ। ਵੀ ਆਲ ਬੀਨ ਥਰੂ ਇਟ, ਸੋ ਵੀ ਨੋ ਵਾਟ ਇਟ ਇਜ਼ ਟੂ ਸੇਵ ਅ ਚਾਈਲਡ। ਤੇ ਉਹ ਕਿੰਨੀ ਐਫਰਟ ਲਵਾਉਂਦਾ ਹੈ ਤੇ ਕਿੰਨੇ ਸੋਹਣੇ ਜਦੋਂ ਸਾਨੂੰ ਰਿਜ਼ਲਟਸ ਮਿਲ ਜਾਂਦੇ ਤੇ ਕਿੰਨੀ ਖੁਸ਼ੀ ਦਿੰਦਾ ਹੈ। ਉਸ ਤੋਂ ਬਾਅਦ ਆ ਜਾਂਦੀਆਂ ਨੇ ਬੱਚਿਆਂ ਦੇ ਨਾਲ ਐਸੋਸੀਏਟਡ ਕਈ ਅਨੈਮਲੀਜ਼। ਪਰਮਾਤਮਾ ਵੀ ਥੋੜ੍ਹੇ ਜਿਹੇ ਬੱਚੇ ਜਿਹੜੇ ਆ 2-4% ਕੋਈ ਵਿੰਗੇ ਟੇਡੇ ਬਣਾ ਦਿੰਦਾ। ਉਹਦੇ 'ਚ ਮੇਜਰ ਆਉਂਦੀਆਂ ਨੇ ਜਿਹੜੀਆਂ ਬੱਚਿਆਂ ਨੂੰ ਐਮਰਜੈਂਸੀ ਜਨਰਲ ਸਰਜਰੀਜ਼ ਦੀਆਂ ਪ੍ਰੋਬਲਮ ਹੁੰਦੀਆਂ ਨੇ। ਉਹਦੇ ਲਈ ਡਾਕਟਰ ਮਿਗਲਾਨੀ, ਇਹ ਵੀ ਆਈ ਥਿੰਕ ਕਿਸੇ ਤਾਰਫ ਦੇ ਮੁਹਤਾਜ ਨਹੀਂ ਹੈਗੇ, ਸਾਰਾ ਅੰਮ੍ਰਿਤਸਰ ਇਹਨਾਂ ਨੂੰ ਜਾਣਦਾ ਹੈ। ਸੋ ਉਹ ਇਹ ਸੇਵਾਵਾਂ ਇੱਥੇ ਦੇਣਗੇ। ਇਸੇ ਤਰ੍ਹਾਂ ਬੱਚਿਆਂ ਦੀਆਂ ਹੱਡੀਆਂ ਦੇ ਸਪੈਸ਼ਲਿਸਟ, ਜਿਹੜੇ ਕੋਈ ਪੈਰ ਵਿੰਗੇ ਹੋ ਜਾਂਦੇ, ਅਸੀਂ ਆਮ ਦੇਖਿਆ ਹੱਥਾਂ ਦੀਆਂ ਉਂਗਲੀਆਂ ਵੱਧ ਹੋ ਜਾਂਦੀਆਂ ਨੇ, ਉਹਨਾਂ ਸਰਵਿਸਿਜ਼ ਲਈ ਸਾਡੇ ਕੋਲ ਆਲਰੇਡੀ ਆਰਥੋਪੈਡਿਕਸ ਦਾ ਡਿਪਾਰਟਮੈਂਟ ਫੁੱਲੀ ਡਿਵੈਲਪਡ ਹੈ। ਉਹਦੇ 'ਚ ਬੱਚਿਆਂ ਦੀਆਂ ਹੱਡੀਆਂ ਦੀਆਂ ਸੇਵਾਵਾਂ ਦੇਣ ਲਈ ਡਾਕਟਰ ਸੁਧਾਂਸ਼ੂ ਬਾਂਸਲ ਨੇ, ਸ਼ਾਇਦ ਉਹ ਵੀ ਸਾਨੂੰ ਜੁਆਇਨ ਕਰਦੇ ਹੋਣਗੇ, ਉਹ ਇਸ ਵੇਲੇ ਕਿਸੇ ਐਮਰਜੈਂਸੀ 'ਚ ਉੱਧਰ ਫਸੇ ਹੋਏ ਸੀ। ਸੋ ਡਾਕਟਰ ਸੁਧਾਂਸ਼ੂ ਬਾਂਸਲ ਹੈਗੇ ਨੇ ਜਿਹੜੇ ਕਿ ਪੀਡੀਆਟ੍ਰਿਕ ਆਰਥੋਪੈਡਿਕ ਸਰਜਨ ਨੇ ਤੇ ਹਰ ਤਰ੍ਹਾਂ ਦੀਆਂ ਬੱਚਿਆਂ ਦੀਆਂ ਹੱਡੀਆਂ ਦੀਆਂ ਸੇਵਾਵਾਂ ਦੇਣ ਲਈ ਇਹਨਾਂ ਦੇ ਨਾਲ ਇੱਕ ਪੂਰੀ ਟੀਮ ਹੋਏਗੀ। ਸਾਡੇ ਲਈ ਇੱਕ ਨਿਓਨੇਟਲ ICU ਜਾਂ ਨਿੱਕੂ ਜਿਹਨੂੰ ਅਸੀਂ ਕਹਿੰਦੇ ਹਾਂ ਨਾ, ਦੈਟ ਇਜ਼ ਔਨ ਵੀਲਸ, ਜਿਹਦੇ ਤੇ ਹਰ ਤਰ੍ਹਾਂ ਦੀਆਂ ਪੈਰਾਮੈਡਿਕ ਐਂਡ ਮੈਡੀਕਲ ਸੇਵਾਵਾਂ ਹੋਣਗੀਆਂ। ਤੇ ਜੇ ਕਿਸੇ ਵੀ ਜਗ੍ਹਾ ਤੇ ਕੋਈ ਪ੍ਰੀ ਮੈਚੁਰ ਬੱਚਾ ਡਿਲੀਵਰ ਹੁੰਦਾ ਹੈ ਜਾਂ ਕੋਈ ਬੱਚਾ ਜਿਹੜਾ ਮੈਚੁਰ ਵੀ ਹੋਵੇ ਜਾਂ ਉਹਨੂੰ ਉਸ ਵੇਲੇ ਕੋਈ ਸਾਹ ਲੈਣ 'ਚ ਪ੍ਰੋਬਲਮ ਜਾਂ ਕੋਈ ਤਕਲੀਫ, ਤੇ ਸਪੈਸ਼ਲਿਸਟ ਨਿਓਨੇਟਲ ਇੰਟੈਂਸਿਵ ਕੇਅਰ
ਸਰਵਿਸਿਜ਼ ਦੀ ਲੋੜ ਹੈ, ਸਾਡਾ ਉਸੇ ਵੇਲੇ ਨਿੱਕੂ ਔਨ ਵੀਲਸ ਜਾ ਕੇ ਉਸ ਬੱਚੇ ਨੂੰ ਉੱਥੋਂ ਰੈਸਕਿਊ ਕਰਕੇ ਸਾਡੇ ਨਿਓਨੇਟਲ ਇੰਟੈਂਸਿਵ ਕੇਅਰ 'ਚ ਲੈ ਆਉਣਗੇ। ਐਂਡ I think we are planning to offer certain discounts or free services of NICU in near future. ਫਿਕਸ ਸਵਾਲ ਹੈ ਤੁਹਾਡਾ। ਬੱਚਾ ਜਦ ਦੇ ਕਈ ਵਾਰੀ ਤਾਂ ਬਿਲਕੁਲ ਨਾਰਮਲ ਹੁੰਦਾ ਹੈ, ਪਿਸ਼ਾਬ ਕਰਨ ਲੱਗਿਆ ਕਈ ਬੱਚੇ ਜ਼ੋਰ ਲਗਾਉਂਦੇ, ਕਈ ਵਾਰੀ ਬੱਚੇ ਨੂੰ ਜਮਾਂਦਰੂ ਬੰਨ ਹੁੰਦਾ ਪਿਸ਼ਾਬ ਦਾ, ਉਹ ਬੱਚਾ ਪਿਸ਼ਾਬ ਕਰ ਹੀ ਨਹੀਂ ਸਕਦਾ ਔਰ ਜ਼ਿਆਦਾ ਰੋਂਦਾ ਰਹਿੰਦਾ ਔਰ ਉਹਦਾ ਜਿਹੜਾ ਬਲੈਡਰ ਹੈ ਉਹ ਹਮੇਸ਼ਾ ਭਰਿਆ ਰਹਿੰਦਾ ਹੈ। ਉਹ ਉਸ ਕੰਡੀਸ਼ਨ ਨੂੰ ਅਸੀਂ ਵੈਲਵਸ ਕਹਿੰਦੇ ਆ। ਬੱਚਿਆਂ 'ਚ ਇੱਕ ਪਰਦਾ ਆ ਜਾਂਦਾ ਪਿਸ਼ਾਬ ਦੇ ਰਸਤੇ ਵਿੱਚ ਜਿਹੜਾ ਕਿ ਉਸ ਨੂੰ ਪਿਸ਼ਾਬ ਕਰਨ ਤੋਂ ਰੁਕਾਵਟ ਪੈਦਾ ਕਰਦਾ। ਸੋ ਉਹਦਾ ਬੜਾ ਸਪੈਸੀਫਿਕ ਆਪਰੇਸ਼ਨ ਹੁੰਦਾ, ਦੂਰਬੀਨ ਦੇ ਨਾਲ ਰਾਹੀਂ ਆਪਰੇਸ਼ਨ ਹੁੰਦਾ। ਉਹ ਪਰਦੇ ਅੰਦਰੋਂ ਕੱਟਣੇ ਪੈਂਦੇ, ਜਿਸ ਤਰ੍ਹਾਂ ਵੱਡਿਆਂ ਬਜ਼ੁਰਗਾਂ ਦੀ ਗਦੂਦਾਂ ਦਾ ਆਪਰੇਸ਼ਨ ਹੁੰਦਾ, ਆਲਮੋਸਟ ਸਿਮਿਲਰ ਪੈਟਰਨ ਤੇ ਨਿਊਬੋਰਨ ਬੱਚੇ ਦਾ ਵੀ ਦੂਰਬੀਨੀ ਆਪਰੇਸ਼ਨ ਇੱਥੇ ਉਪਲਬਧ ਹੈ ਔਰ ਪਿਛਲੇ ਕਈ ਸਾਲਾਂ ਤੋਂ ਅਸੀਂ ਕਰ ਰਹੇ ਹਾਂ ਆਪਣੇ ਥਾਂ ਤੇ। ਪਰ ਹੁਣ ਕਿਉਂਕਿ ਟੀਮ ਅਪਰੋਚ ਹੈ ਤਾਂ ਸਾਰੇ ਜਣੇ ਅਸੀਂ ਰਲ ਕੇ ਇਹਦਾ ਨਿਦਾਨ ਕਰਿਆ ਕਰਾਂਗੇ ਔਰ ਇਹਦਾ ਪ੍ਰੋਪਰ ਟ੍ਰੀਟਮੈਂਟ ਹੋਏਗਾ। ਡਾਕਟਰ ਸਾਹਿਬ, ਬੱਚਾ ਕਿਸੇ ਵੇਲੇ ਬਿਲਕੁਲ ਤੰਦਰੁਸਤ ਸਹੀ ਹੁੰਦਾ ਹੈ, ਉਹਦਾ ਮਾਸਪੇਸ਼ੀਆਂ ਬਿਲਕੁਲ ਸਹੀ ਹੈ, ਜਿਹਦਾ ਅਗੋਂ ਮਾਸ ਥੋੜਾ ਉਹਦੀ ਕਟਿੰਗ ਜਿੱਦਾਂ ਕਰਕੇ ਉਹਦਾ ਵੀ ਕੋਈ ਪੁਰਾਣੇ ਜ਼ਮਾਨੇ 'ਚ ਪੁਰਾਣਾ ਵੀ ਕੀ 10-20 ਸਾਲ ਪਹਿਲਾਂ ਦੀ ਗੱਲ ਦੱਸ ਰਿਹਾ, ਅਸੀਂ ਉਹਨੂੰ ਫਾਈਮੋਸਿਸ ਕਹਿੰਦੇ ਆ, ਜਿਹੜਾ ਅਗਲਾ ਛੇਕ ਬਾਸ ਟਾਈਟ ਹੁੰਦਾ ਹੈ। ਹਾਂਜੀ ਹਾਂਜੀ। ਪਹਿਲੇ ਅਸੀਂ ਉਹਦਾ ਆਪਰੇਸ਼ਨ ਹੀ ਕਰਦੇ ਸੀਗੇ ਕਿਉਂਕਿ ਮਾਡਰਨ ਟ੍ਰੀਟਮੈਂਟ ਅਵੇਲੇਬਲ ਨਹੀਂ ਸੀ। ਅੱਜ ਕੱਲ੍ਹ ਦੇ ਜ਼ਮਾਨੇ 'ਚ ਗਾਈਡਲਾਈਨਸ ਰਿਵਾਈਜ਼ ਹੋ ਗਈਆਂ ਔਰ ਮੈਂ ਦੱਸਣਾ ਚਾਹਾਂਗਾ ਕਿ ਮੈਂ ਹੀ ਇਹ ਗਾਈਡਲਾਈਨਸ ਨੈਸ਼ਨਲ ਲੈਵਲ 'ਤੇ ਵੀ ਰਿਵਾਈਜ਼ ਕੀਤੀਆਂ ਨੇ, ਮਤਲਬ ਵਨ ਆਫ ਦਾ ਆਥਰਸ। ਅਤੇ ਉਹਦੇ ਲਈ ਅੱਜ ਕੱਲ੍ਹ ਦਵਾਈ ਨਾਲ ਅਸੀਂ ਪਹਿਲੇ ਟ੍ਰੀਟਮੈਂਟ ਟਰਾਈ ਕਰਦੇ ਹਾਂ ਹਮੇਸ਼ਾ ਔਰ 80% ਤੱਕ ਬੱਚੇ ਆਪਰੇਸ਼ਨ ਤੋਂ ਬਚਾਏ ਜਾ ਸਕਦੇ। ਸਿਰਫ 20% ਕੇਸਿਸ ਜਿਹੜੇ ਸਾਡੇ ਕੋਲ ਦੇਰ ਨਾਲ ਆਉਂਦੇ ਹੈ ਜਾਂ ਬਾਰ-ਬਾਰ ਉਹਨਾਂ ਨੂੰ ਇਨਫੈਕਸ਼ਨ ਹੋ ਰਹੀ ਹੈ ਸਕਿਨ ਦੇ ਵਿੱਚ, ਉਹਨਾਂ 'ਚ ਸ਼ਾਇਦ ਆਪਰੇਸ਼ਨ ਦੀ ਲੋੜ ਪੈਂਦੀ ਹੈ। ਬਟ ਮੋਸਟਲੀ ਅੱਜ ਕੱਲ੍ਹ ਅਸੀਂ ਅਵੋਇਡ ਕਰਦੇ ਹਾਂ ਆਪਰੇਸ਼ਨ ਕਰਨਾ, ਕਿਉਂਕਿ ਜਿਹਨੂੰ ਅਸੀਂ ਸੁੰਨਤ ਕਹਿੰਦੇ ਆ ਜਾਂ ਕਈ ਕਸ਼ਮੀਰੀ ਕੱਟਣਾ ਕਰਕੇ ਕਹਿੰਦੇ ਆ, ਉਹ ਇਹ ਇੱਕ ਮਿਊਟੀਲੇਟਿੰਗ ਆਪਰੇਸ਼ਨ ਹੈਗਾ। ਇਹਨੂੰ ਅਸੀਂ ਇੱਕ ਵਾਰੀ ਕਰ ਦਈਏ ਦੁਬਾਰਾ ਸਕਿਨ ਉੱਪਰ ਨਹੀਂ ਆਉਂਦੀ, ਮਾਸ ਅੱਗੇ ਨਹੀਂ ਚੜ੍ਹਦਾ। ਸੋ ਅਸੀਂ ਉਦੋਂ ਹੀ ਕਰਦੇ ਜਦੋਂ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੋਏ। ਇੱਕ ਸਰ ਕਿਡਨੀ ਦਾ ਪ੍ਰੋਬਲਮ ਆਉਂਦੀ ਬੱਚਿਆਂ ਨੂੰ, ਕਈ ਵਾਰੀ ਕਿਡਨੀ ਡਿਵੈਲਪ ਨਹੀਂ ਹੁੰਦੀ, ਇੱਕ ਕਿਡਨੀ ਡਿਵੈਲਪ ਹੁੰਦੀ, ਦੂਸਰੀ ਅੰਡਰ ਡਿਵੈਲਪ ਰਹਿ ਜਾਂਦੀ ਹੈ। ਉਹਦੇ ਵਾਸਤੇ ਜਿਹੜਾ ਹੈਗਾ ਕਿ ਜਿਹੜਾ ਕੋਈ ਚੇਂਜਸ ਆਈਆਂ ਪਹਿਲੇ ਨਾਲੋਂ ਜਾਂ ਕੀ ਉਹਦੇ ਵਾਸਤੇ ਟ੍ਰੀਟਮੈਂਟ? ਦੇਖੋ, ਜਿਹੜੀ ਕਿਡਨੀ ਡਿਵੈਲਪ ਨਹੀਂ ਹੁੰਦੀ ਉਹਨੂੰ ਕਹਿੰਦੇ ਏਜੈਂਸਿਸ ਆਫ ਕਿਡਨੀ, ਕੋਈ ਪ੍ਰੋਬਲਮ ਨਹੀਂ ਹੈ। ਅੱਜ ਕੱਲ੍ਹ ਟੈਕਨੋਲੋਜੀ ਅਸੀਂ ਨਿਊਬੋਰਨ ਬੱਚੇ ਦਾ ਪਤਾ ਲਗਾ ਲੈਂਦੇ ਹਾਂ, ਬਰਥ ਤੋਂ ਪਹਿਲੇ ਪਤਾ ਲੱਗ ਜਾਂਦਾ ਕਿ ਇਹ ਕਿਡਨੀ ਨਹੀਂ ਹੈਗੀ। ਲੇਕਿਨ ਜੇ ਦੂਸਰੀ ਕਿਡਨੀ ਠੀਕ ਹੈ ਤੇ ਉਹ ਸਾਰੀ ਉਮਰ ਆਪਣਾ ਬੱਚਾ ਨਾਰਮਲ ਲਾਈਫ ਬਿਤਾ ਸਕਦਾ ਹੈ। ਇਨਫੈਕਟ ਜਿਹੜੀ ਵੱਡਿਆਂ 'ਚ ਕਿਡਨੀ ਟ੍ਰਾਂਸਪਲਾਂਟ ਹੁੰਦੀ ਉਹਦਾ ਪ੍ਰਿੰਸੀਪਲ ਵੀ ਇਹੀ ਹੈ ਵੀ ਜਿਹਦੇ ਦੋ ਹੈਗੀਆਂ ਉਹ 'ਚੋਂ ਇੱਕ ਕੱਢ ਕੇ ਜਿਹਦੇ ਨਹੀਂ ਹੈਗੀ ਖਰਾਬ ਹੋ ਗਈਆਂ ਉਹਦੇ 'ਚ ਪਾ ਦਿਓ ਤੇ ਕੋਈ ਦਿੱਕਤ ਨਹੀਂ ਹੈ। ਹਾਂ, ਲੇਕਿਨ ਜੇ ਬਿਮਾਰੀਆਂ ਕੁਝ ਹੁੰਦੀਆਂ ਕਿਡਨੀਜ਼ ਦੀਆਂ ਜਿਹਨਾਂ 'ਚ ਬਲੋਕੇਜ ਹੈ ਜਾਂ ਕੁਝ ਹੈ, ਉਹਨਾਂ ਦਾ ਪ੍ਰੋਪਰ ਸਪੈਸੀਫਿਕ ਇਲਾਜ ਹੁੰਦਾ ਹੈ। तो बच्चे को के बड़ा होकर कोई प्रॉब्लम नहीं आती है? ਜੇ ਸਿੰਪਲੀ ਇੱਕ ਕਿਡਨੀ ਮਿਸਿੰਗ ਹੈ ਕੋਈ ਪ੍ਰੋਬਲਮ ਤੇ ਕੋਈ ਪ੍ਰੋਬਲਮ ਨਹੀਂ ਹੈ। ਡਾਕਟਰ ਮੋਨਿਕਾ ਜੀ, ਇੱਕ ਕੁਐਸਚਨ ਹੈ ਕਿ ਲੋਕਾਂ ਵਿੱਚ ਆਮ ਇਹ ਧਾਰਨਾ ਕਿ ਗਰਭ ਅਵਸਥਾ ਦੇ ਪਹਿਲੇ 3 ਮਹੀਨਿਆਂ ਵਿੱਚ ਡਾਕਟਰ ਦੀ ਸਲਾਹ ਦੀ ਲੋੜ ਨਹੀਂ ਹੁੰਦੀ, ਇਹਦੇ ਵਿੱਚ ਕੀ? ये बहुत गलत धारणा है कि प्रेगनेंसी में फर्स्ट 3 मंथ डॉक्टर के पास नहीं जाना चाहिए, जबकि स्पेशली फर्स्ट 3 मंथ्स बहुत क्रूशियल टाइम होता है प्रेगनेंसी का। 90% एबॉर्शंस जो है वो फर्स्ट 3 मंथ्स ही होते हैं। तो अगर इस दौरान हम कुछ इंपॉर्टेंट टेस्ट करते हैं और कुछ मेडिसिन इंपॉर्टेंट होती जो दी जाती है पेशेंट को, अगर वो मिस हो जाते हैं तो कई प्रॉब्लम ऐसी है जिसकी वजह से एबॉर्शन या फिर लेट प्रेगनेंसी में 6-7 मंथ में भी प्रॉब्लम मदर में या बच्चे में आ सकती है। और कुछ जेनेटिक कहते हैं टेस्ट होते हैं जैसे कि एनडी स्कैन एंड डुअल मार्कर, वो भी इस दौरान होता है। थायराइड का टेस्ट, डायबिटीज़ का टेस्ट, ये सब इस दौरान किए जाते हैं जो बहुत ज़रूरी है। ਡਾਕਟਰ ਸੀਤਾ ਜੀ, ਜਦੋਂ ਸਾਡੇ ਪੁਰਾਣੇ ਬੜੇ ਖਾਸ ਲੈਪਰੋਸਕੋਪੀ ਸਰਜਰੀ ਬਾਰੇ ਲੈਪਰੋਸਕੋਪਿਕ ਸਰਜਰੀ ਅੱਜ ਕੱਲ੍ਹ ਦੀ ਰਿਕੁਆਇਰਮੈਂਟ ਹੈ ਐਂਡ ਵੀ ਆਰ ਡੂਇੰਗ ਇਟ ਇਨ ਐਵਰੀ ਫੀਲਡ। ਆਈ ਥਿੰਕ ਐਵਰੀ ਗਾਇਨੋਕੋਲੋਜੀਕਲ ਪ੍ਰੋਬਲਮ ਦੇ ਨਾਲ ਜਿਹੜਾ ਵੀ ਪੇਸ਼ੈਂਟ ਆਉਂਦਾ ਹੈਗਾ, ਕਿਸੇ ਨੂੰ ਸਿਸਟ ਹੈ, ਐਕਟੋਪਿਕ ਪ੍ਰੈਗਨੈਂਸੀ ਹੋ ਗਈ ਜਾਂ ਫਾਈਬਰੋਇਡ ਹੈ, ਈਵਨ ਇਨਫਰਟਿਲਿਟੀ ਦੇ ਫੀਲਡ ਦੇ ਵਿੱਚ ਪ੍ਰੋਸੀਜਰ ਸਟਾਰਟ ਹੀ ਡਾਇਗਨੋਸਟਿਕ ਲੈਪਰੋਸਕੋਪੀ ਤੋਂ ਹੁੰਦਾ ਹੈ। ਲੈਪਰੋਸਕੋਪੀ ਐਂਡ ਹਿਸਟੈਰੋਸਕੋਪੀ ਇਹ ਦੂਰਬੀਨੀ ਸਰਜਰੀਜ਼ ਨੇ ਜਿਨ੍ਹਾਂ ਨੇ ਕਿ ਵੱਡੇ ਵੱਡੇ ਕੱਟ ਵਾਲੇ ਆਪਰੇਸ਼ਨ ਨੇ ਜਿਹੜੇ ਰਿਪਲੇਸ ਕਰ ਦਿੱਤੇ ਨੇ। ਔਰ ਅੱਜ ਕੱਲ੍ਹ ਲੋਕੀ ਆਪ ਆ ਕੇ ਕਹਿੰਦੇ ਨੇ ਕਿ ਅਸੀਂ ਜੀ ਦੂਰਬੀਨ ਨਾਲ ਆਪਰੇਸ਼ਨ ਕਰਾਉਣਾ। ਅਦਰਵਾਈਜ਼ ਜਿਹੜੇ ਵੱਡੇ ਵੱਡੇ ਸਿਸਟ ਨੇ ਉਹ ਵੀ ਫਾਈਬਰੋਇਡਸ ਵੀ ਐਂਡ ਹਿਸਟਰੈਕਟਮੀ ਦਾ ਆਪਰੇਸ਼ਨ, ਯੂਟਰਸ ਰਿਮੂਵਲ ਦਾ ਆਪਰੇਸ਼ਨ ਦੂਰਬੀਨੀ ਸਰਜਰੀ ਨਾਲ ਹੋ ਰਹੇ ਨੇ। ਦੇ ਆਰ ਸਕਸੈਸਫੁਲ। ਦੇਖੋ ਜੀ, ਸਾਇੰਸ ਇੰਨੀ ਅੱਗੇ ਵੱਧ ਚੁੱਕੀ ਹੈ ਕਿ ਜਿਹੜੀ ਲੈਪਰੋਸਕੋਪਿਕ ਜਾਂ ਮਿਨੀਮਲ, ਐਕਚੁਅਲੀ ਵੀ ਕਾਲ ਇਟ ਮਿਨੀਮਲ ਇਨਵੇਸਿਵ ਸਰਜਰੀ, ਮਿਨੀਮਲ ਇਨਵੇਸਿਵ ਸਰਜਰੀ, ਜਿਉਂ ਬੱਚਾ ਜੰਮਦਾ ਹੈ, ਡਾਕਟਰ ਸਾਹਿਬ ਮੇਰੇ ਸੱਜੇ ਬੰਨੇ ਬੈਠੇ ਆ,
ਨਿਓਨੇਟਸ ਅਸੀਂ ਕਹਿੰਦੇ ਆ, ਪਹਿਲੇ 28 ਦਿਨ ਜ਼ਿੰਦਗੀ ਦੇ ਜਿਹੜੇ ਬੱਚੇ ਦੇ ਹੁੰਦੇ, ਵੀ ਕਾਲ ਹਿਮ ਅ ਨਿਓਨੇਟ। ਸੋ ਨਿਓਨੇਟਸ ਵਿੱਚ ਵੀ ਲੈਪਰੋਸਕੋਪਿਕ ਸਰਜਰੀ ਇਜ਼ ਪੋਸੀਬਲ। ਐਂਡ ਜਿਉਂ-ਜਿਉਂ ਵਧੀ ਜਾਂਦਾ, ਹਰ ਸਪੈਸ਼ੈਲਿਟੀ ਲੈਪਰੋਸਕੋਪਿਕ ਸਰਜਰੀ ਜਾਂ ਮਿਨੀਮਮ ਇਨਵੇਸਿਵ ਸਰਜਰੀ, ਉਹ ਲੈਪਰੋਸਕੋਪ ਕਹਿ ਲਓ, ਆਰਥਰੋਸਕੋਪ ਕਹਿ ਲਓ, ਕਈ ਤਰ੍ਹਾਂ ਦੇ ਸਕੋਪਸ ਹੈਗੇ ਹੁਣ ਸਾਡੇ ਕੋਲ। ਸੋ ਉਹਨਾਂ ਦੇ ਥਰੂ ਦੈਟ ਇਜ਼ ਦ ਲੇਟੈਸਟ ਇੰਪਰੂਵਮੈਂਟ ਇਨ ਟੈਕਨੋਲੋਜੀ ਸਾਡੀ ਸਾਇੰਸ ਦੇ ਵਿੱਚ, ਐਲੋਪੈਥਿਕ सर्जिकल साइंस में। एपिड्यूरल एनाल्जेसिया के थ्रू डिलीवरी पेनलेस डिलीवरी की जाती है। इसकी फैसिलिटी यहाँ पर है। इसमें पेशेंट को एनेस्थेटिक से पीछे इंजेक्शन लगाते हैं, जिसके दौरान डिलीवरी का प्रोसेस तो कंटिन्यू रहता है, पर उस पेशेंट को पेन महसूस नहीं होता है एंड इट इज सक्सेसफुल। यहाँ पे नॉर्मल डिलीवरी सिजेरियन के चार्जेस सेम रखें और पूरी कोशिश होती है कि पेशेंट की नॉर्मल डिलीवरी हो। इवन हमने जो पेशेंट का पहले सिजेरियन हुआ होता है उसमें भी हमने नॉर्मल डिलीवरी करी हुई है। ਗੱਲ ਕੀ ਹੈ ਕਿ ਦਿਮਾਗ 'ਚ ਤੇ ਇਹ ਆਉਂਦਾ ਹੈ ਨਾ ਕਿ ਡਾਕਟਰ ਪੈਸੇ ਬਣਾਉਣ, ਜਿਹੜੇ ਦੇਖੋ देयर इज अ डिस्ट्रस्ट बिटवीन द पेशेंट एंड द डॉक्टर दीज डेज। सो दिमाग 'ਚ ਇਹ ਹੁੰਦਾ ਹੈ ਕਿ ਡਾਕਟਰ ਪੈਸੇ ਬਣਾਉਣ ਲਈ ਸਿਜ਼ੇਰੀਅਨ ਕਰਦੇ। आई थिंक दिस इज़ अ रॉन्ग नोशन। ਤੇ ਮੇਰੀ ਇੱਕ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ, ਮੈਂ IMA 'ਚ ਵੀ ਇਹੋ ਕਰਦੀ ਹਾਂ ਕਿ ਤੁਸੀਂ ਲੋਕ ਸਾਡਾ ਇੱਕ ਬਹੁਤ ਵੱਡਾ ਜ਼ਰੀਆ ਹੋ ਜਿਹਦੇ ਨਾਲ ਅਸੀਂ ਡਾਕਟਰ ਪੇਸ਼ੈਂਟ ਮਿਸਟਰਸਟ ਜਿਹੜਾ ਨਾ ਉਹਨੂੰ ਘਟਾ ਸਕਦੇ ਹਾਂ। ਦੇਖੋ ਡਾਕਟਰ ਵੀ ਇਨਸਾਨ ਨੇ, ਡਾਕਟਰ ਵੀ ਉਹਨਾਂ ਦੀਆਂ ਵੀ ਇਮੋਸ਼ਨਸ ਨੇ, ਉਹ ਵੀ ਇਨਸਾਨੀ ਫਿਤਰਤ ਨੂੰ ਕਬ ਕਰਦੇ ਨੇ। ਕੁਛ ਪਾਰਟ ਮੈਂ ਮੰਨ ਸਕਦੀ ਹਾਂ, ਹਰ ਫੀਲਡ ਵਿੱਚ ਸੁਸਾਇਟੀ ਦੇ ਜੇ ਕੁਛ % ਨੈਗੇਟਿਵਸ ਨੇ ਉਹ ਡਾਕਟਰਸ ਵੀ ਹੋਣਗੇ, ਬਟ ਐਵਰੀਬਡੀ ਇਜ਼ ਨੋਟ ਲਾਈਕ दैट। ਵੀ ਨੀਡ ਟੂ ਵਰਕ ਔਨ ਇਟ। ਤੇ ਤੁਹਾਡਾ ਸਾਨੂੰ ਬਹੁਤ ਜ਼ਿਆਦਾ ਸਾਥ ਚਾਹੀਦਾ ਮੀਡੀਆ ਦਾ। ਤੁਸੀਂ ਵਰਚੁਅਲੀ ਸਾਡੇ ਸਾਰਿਆਂ ਦੀ ਆਵਾਜ਼ ਹੋ। ਇੱਕ ਤਾਂ ਸਪੈਸ਼ਲਿਸਟ ਕੇਸ ਆਉਂਦੇ ਆ ਜਿਹੜੇ ਬੱਚੇ ਟਾਈਮ ਤੋਂ ਪਹਿਲਾਂ ਹੋ ਜਾਂਦੇ ਨੇ ਜੀ, ਪ੍ਰੀਮੈਚੁਰ, ਉਹ ਬਾਅਦ ਚ ਬੈਠ ਨਹੀਂ ਸਕਦੇ, ਚੱਲ ਫਿਰ ਨਹੀਂ ਸਕਦੇ। ਉਹ ਕੇਸ ਵਿੱਚ ਪੇਰੈਂਟਸ ਜਿਹੜੇ ਹਰਾਸ ਹੋ ਜਾਂਦੇ ਆ ਕਿ ਉਹਨਾਂ ਨੂੰ 6 ਮਹੀਨੇ 8 ਮਹੀਨੇ ਬਾਅਦ ਪਤਾ ਲੱਗਦਾ ਬੱਚੇ ਤੋਂ ਬਾਅਦ ਬੱਚਾ ਸਾਡਾ ਬੈਠ ਨਹੀਂ ਸਕਦਾ, ਤਾਂ ਉਹ ਇੱਧਰ ਉੱਧਰ ਭਟਕਦੇ ਆ, ਟ੍ਰੀਟਮੈਂਟ ਨਹੀਂ ਹੋ ਪਾਉਂਦਾ। ਕਈ ਬੱਚੇ 10-10 15-15 ਸਾਲ ਦੇ ਹੋ ਜਾਂਦੇ ਆ। ਤੇ ਜਦ ਕਿ ਕੁਝ ਕੇਸ ਅਸੀਂ ਦੇਖਿਆ ਕਿ ਅਗਰ ਟਾਈਮਲੀ ਉਹਦਾ ਟ੍ਰੀਟਮੈਂਟ ਹੋ ਜਾਏ ਤੇ ਉਹ ਕੇਅਰੇਬਲ ਹੈ। ਇਹਦੇ 'ਚ ਇਹ ਹੁੰਦਾ ਕਿ ਜਿਹੜਾ ਬੱਚਾ ਟਾਈਮ ਤੋਂ ਪਹਿਲਾਂ ਹੋਇਆ ਉਹਨਾਂ ਦਾ ਬ੍ਰੇਨ ਤੇ ਪ੍ਰੋਪਰਲੀ ਡਿਵੈਲਪ ਨਹੀਂ ਹੋਇਆ, ਠੀਕ ਹੈ ਨਾ। ਆਪਾਂ ਕੀ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਕੇਸ ਸਾਡਾ ਹੋ ਜਾਏ ਕਿਤੇ ਦੂਜੇ ਸੈਂਟਰ 'ਚ ਤੇ ਬੱਚਾ ਜਾਏ ਕਿਤੇ ਹੋਰ। ਇੱਕ ਤੇ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਡਿਲੀਵਰੀ ਇਹੋ ਜਿਹੇ ਕੇਸਿਸ 'ਚ ਉੱਥੇ ਹੀ ਕਰਾਈਏ ਜਿੱਥੇ ਨਿਕੂ ਸਰਵਿਸਿਜ਼ ਅਵੇਲੇਬਲ ਨੇ, ਤਾਂ ਕਿ ਜਿਹੜੇ ਬੱਚੇ ਨੂੰ ਜਿਹੜੀ ਪ੍ਰੋਪਰ ਕੇਅਰ ਦੀ ਲੋੜ ਆ ਇਮੀਡੀਏਟਲੀ ਸਟਾਰਟ ਹੋ ਸਕੇ। ਇਹਨੂੰ ਕਹਿੰਦੇ ਗੋਲਡਨ ਆਵਰ ਆਫ ਲਾਈਫ, ਠੀਕ ਹੈ। ਜਿਹੜੇ ਆਪਾਂ ਉਸ ਪਹਿਲੇ ਘੰਟੇ 'ਚ ਬੱਚੇ ਨੂੰ ਜਿਹੜੀ ਵੀ ਟ੍ਰੀਟਮੈਂਟ ਦੇਵਾਂਗੇ ਉਹਦਾ ਲੌਂਗ ਟਰਮ ਬਹੁਤ ਵਧੀਆ ਇਫੈਕਟ ਰਹਿੰਦਾ ਹੈ। ਜੇ ਆਪਾਂ ਟ੍ਰੀਟਮੈਂਟ ਹੀ ਸਟਾਰਟ 4 ਘੰਟਿਆਂ ਨੂੰ ਕਰਾਂਗੇ, ਬੱਚੇ ਨੂੰ ਆਕਸੀਜਨ ਨਹੀਂ ਗਈ, ਬੱਚੇ ਨੂੰ ਸਾਹ ਲੈਣ 'ਚ ਦਿੱਕਤ ਰਹੀ, ਬੱਚਾ ਨੀਲਾ ਪੈ ਗਿਆ, ਤੇ ਉਹਨੇ ਜਾ ਕੇ ਇੰਡਾਇਰੈਕਟਲੀ ਬੱਚੇ ਨੂੰ ਬ੍ਰੇਨ 'ਚ ਇਫੈਕਟ ਕਰਨਾ। ਤੇ ਜੇ ਬ੍ਰੇਨ 'ਚ ਇੱਕ ਵਾਰੀ ਇਫੈਕਟ ਪੈ ਗਿਆ ਉਹਦਾ ਹੌਲੀ ਹੌਲੀ ਪਤਾ ਚੱਲਣਾ ਤੇ ਉਹ ਕਿਉਰੇਬਲ ਨਹੀਂ ਹੁੰਦਾ। ਬਸ ਜੇ ਬੱਚੇ ਇਹੋ ਜਿਹੇ ਬੱਚੇ ਨੂੰ ਪ੍ਰੋਬਲਮ ਆ ਹੀ ਗਈ ਹੈ ਤੇ ਉਹਦੇ ਵਾਸਤੇ ਵੀ ਨੀਡ ਅ ਮਲਟੀ ਡਿਸਪਲਿਨਰੀ ਕੇਅਰ। ਉਹ 'ਚ ਸਾਨੂੰ ਫਿਜ਼ੀਓਥੈਰੇਪੀ ਦੀ ਲੋੜ ਰਹਿੰਦੀ ਹੈ, ਸਾਨੂੰ ਪੀਡੀਆਟ੍ਰੀਸ਼ੀਅਨ ਦੀ ਲੋੜ ਰਹਿੰਦੀ ਹੈ, ਸਾਨੂੰ ਸਾਈਕੋਲੋਜੀਕਲ ਕਾਉਂਸਲਰ ਚਾਹੀਦੇ ਨੇ, ਸਾਨੂੰ ਆਰਥੋਪੈਡਿਸ਼ੀਅਨ ਚਾਹੀਦੇ ਨੇ ਕਿ ਆਪਾਂ ਬੱਚੇ ਨੂੰ, ਉਹ ਬੱਚਾ ਸਿੱਖ ਤੇ ਜਾਏਗਾ ਪਰ ਮਿਹਨਤ ਕਰਨੀ ਪੈਣੀ ਹੈ, ਲੇਟ ਸਲੋ। ਉਹਨੂੰ ਰੈਗੂਲਰ ਫਿਜ਼ੀਓਥੈਰੇਪੀ ਸੈਸ਼ਨਸ ਦੇਣੇ ਪੈਣੇ ਆ ਅੰਡਰ ਦ ਕੇਅਰ ਆਫ ਅ ਪੀਡੀਆਟ੍ਰੀਸ਼ੀਅਨ, ਅੰਡਰ ਦ ਕੇਅਰ ਆਫ ਆਰਥੋਪੈਡਿਕ ਸਰਜਨ। ਜਿਹੜੇ ਬੱਚੇ ਦੇ ਟਾਈਟ ਹੋ ਜਾਂਦੇ ਨੇ ਅੰਗ, ਬੱਚੇ ਦੇ ਹੱਥ ਪੈਰ ਹਿਲਦੇ ਹੀ ਨਹੀਂ। ਹੁਣ ਜੇ ਆਪਾਂ ਚੀਜ਼ ਨੂੰ ਇੱਦਾਂ ਹੀ ਰੱਖਾਂਗੇ ਉਹਨੇ ਇੱਦਾਂ ਹੀ ਰਹਿ ਜਾਣੀ ਹੈ। ਹੁਣ ਦਰਦ ਤੇ ਹੁੰਦੀ ਹੈ ਬੱਚੇ ਨੂੰ, ਆਪਾਂ ਸਮਝਦੇ ਆ, ਪਰ ਜੇ ਆਪਾਂ ਹਿਲਾਵਾਂਗੇ ਹੀ ਨਹੀਂ ਤੇ ਬੱਚਾ ਇੱਦਾਂ ਰਹੇਗਾ, ਉਹ ਜ਼ਿਆਦਾ ਖਤਰਨਾਕ ਹੈ ਬੱਚੇ ਨਾਲ। ਤੇ ਇਹੋ ਜਿਹੇ ਬੱਚੇ ਨੂੰ ਆਪਾਂ ਘਰ ਨਾ ਰੱਖੀਏ। ਜੇ ਬੱਚੇ ਨੂੰ ਇੱਦਾਂ ਦੀ ਪ੍ਰੋਬਲਮ ਹੋ ਗਈ ਹੈ, ਵੀ ਗੋ ਟੂ ਦਾ ਹਸਪੀਟਲ, ਆਪਾਂ ਉਹਦਾ ਪ੍ਰੋਪਰ ਟ੍ਰੀਟਮੈਂਟ ਪਲਾਨ ਬਣਾਈਏ। ਉਹਦੇ ਉੱਤੇ ਸਾਨੂੰ ਵੀ ਮਿਹਨਤ, ਪੇਰੈਂਟਸ ਨੂੰ ਐਕਸਟਰਾ ਮਿਹਨਤ ਕਰਨੀ ਪੈਂਦੀ ਹੈ, ਬਟ ਇਟਸ ਨਾਟ ਪੋਸੀਬਲ ਕਿ ਤੁਸੀਂ ਬੱਚੇ ਨੂੰ ਕੁਝ ਨਾ ਕਰਾਓ ਤੇ ਬੱਚਾ ਠੀਕ ਹੋ ਜਾਏ। ਐਕਸਟਰਾ ਕੇਅਰ, ਐਕਸਟਰਾ ਐਫਰਟ ਪੇਰੈਂਟਸ ਦੀ ਵੱਲੋਂ, ਪੀਡੀਆਟ੍ਰੀਸ਼ੀਅਨ ਦੀ ਵੱਲੋਂ, ਫਿਜ਼ੀਓਥੈਰੇਪੀ ਵੱਲੋਂ, ਆਰਥੋਪੈਡਿਕ ਸਰਜਨ ਜਿਹੜੇ ਬੱਚਿਆਂ ਦੇ ਮਾਹਿਰ ਨੇ, ਉਹ ਸਾਰੀ ਦੀ ਟੀਮ ਕਰਕੇ ਆਪਾਂ ਹੌਲੀ ਹੌਲੀ ਉਹ ਬੱਚੇ ਨੂੰ ਐਟਲੀਸਟ ਟਾਰਗੇਟ ਸਾਡਾ ਹੁੰਦਾ ਟਾਇਲਟ ਟ੍ਰੇਨ ਹੋ ਜਾਏ। ਬੱਚਾ ਐਕਟੀਵਿਟੀਜ਼ ਆਫ ਡੇਲੀ ਲਾਈਫ ਜਿਹਨੂੰ ਕਹਿੰਦੇ ਆ, ਬੱਚਾ ਆਪਣਾ ਖਾਣ ਜੋਗੇ, ਬਹਿਣ ਜੋਗੇ, ਵਾਸ਼ਰੂਮ ਜਾਣ ਜੋਗੇ ਇੰਨਾ ਕੁ ਟ੍ਰੇਨ ਆਪਾਂ ਉਹ ਬੱਚੇ ਨੂੰ ਕਰ ਸਕਦੇ ਹਾਂ, ਵੀ ਗਿਵ ਅ ਪ੍ਰੋਪਰ ਕੇਅਰ। ਐਂਡ ਦਿਸ ਕੇਅਰ ਸ਼ੁੱਡ ਸਟਾਰਟ ਰਾਈਟ ਐਟ ਬਰਥ in a good center. These children are called special children. Special children. So these special children need special care. Whether it is medical care, whether it is maternal and paternal care, or it is a psychological care. So ਇਹਨਾਂ ਚੀਜ਼ਾਂ 'ਚ ਸਾਡਾ ਦੇਸ਼ ਬਹੁਤ ਪਿੱਛੇ ਆ।
ਜਿਸ ਤਰ੍ਹਾਂ ਇੱਕ ਅੱਜ ਕੱਲ੍ਹ ਤਾਂ ਹੁੰਦਾ ਨਾ ਕਿ ਫੈਮਿਲੀ ਡਾਕਟਰ ਸਾਡੇ ਕੋਲ ਆਲਰੇਡੀ ਹੈਗਾ, ਉਹਦੇ ਨਾਲ ਜਦੋਂ ਬੱਚਾ ਹੁੰਦਾ ਆਪਾਂ ਚਾਈਲਡ ਸਪੈਸ਼ਲਿਸਟ ਕੋਲ ਜਾਂਦੇ ਹਾਂ। ਹਾਂਜੀ, ਉਹ ਕੁਝ ਏਜ ਲਿਮਿਟ ਹੁੰਦੀ ਹੈ ਕਿ ਆਪਾਂ ਚਾਈਲਡ ਸਪੈਸ਼ਲਿਸਟ ਕੋਲ ਜਾਈਏ ਦੈਨ ਆਪਣਾ ਕੁਝ? ਦੇਖੋ ਚਾਹੇ ਪੀਡੀਆਟ੍ਰਿਕਸ ਹੁਣ 14 ਸਾਲ ਤੇ ਆ ਗਈ ਹੈ ਜੋ ਕਹਿੰਦੇ ਆ, ਬਾਕੀ ਇਹ ਜਿੰਨੀ ਕੇਅਰ ਡਾਕਟਰ ਸਾਹਿਬ ਨੇ ਦੱਸੀ ਹੈ ਨਾ ਕਿ ਅਬਾਊਟ ਫਿਜ਼ੀਓਥੈਰੇਪੀ ਐਂਡ ਮੇਬੀ ਸਮ ਆਰਥੋਪੈਡਿਕ ਪ੍ਰੋਸੀਜਰਸ ਜਿਹਦੇ ਨਾਲ ਆ ਵੀ ਟੈਂਡਨਸ ਟਾਈਟ ਹੋ ਜਾਂਦੇ, ਬਾਹਾਂ ਦੇ ਵੀ ਹੋ ਜਾਂਦੇ ਆ, ਇਹ ਸਾਰੀ ਕੇਅਰ ਜੇ ਉਹਨਾਂ ਉਸ ਟਾਈਮ 'ਚ ਪਹਿਲੇ ਸਾਲਾਂ 'ਚ ਠੀਕ ਮਿਲੇ ਨਾ ਤੇ ਬਾਅਦ 'ਚ ਕੋਈ ਬਹੁਤੀ ਪ੍ਰੋਬਲਮ ਨਹੀਂ ਆਉਂਦੀ, ਕਿਉਂਕਿ ਬੱਚਿਆਂ ਦੀਆਂ ਮੂਵਮੈਂਟਸ ਠੀਕ ਰਹਿੰਦੀਆਂ। ਜਿਹੜੇ ਪਹਿਲੇ 8 ਤੋਂ 10 ਸਾਲ ਹੈ ਨਾ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਦੂਜੀ ਗੱਲ, ਜੇ ਬ੍ਰੇਨ ਡੈਮੇਜ ਜ਼ਿਆਦਾ ਹੋਇਆ ਹੋਵੇ ਬਿਕੋਜ਼ ਆਫ non-availability of oxygen or something like that, or maybe certain congenital disorders also, then ਓਨਾ ਹੀ ਅਸੀਂ ਘੱਟ ਮਦਦ ਕਰ ਸਕਦੇ ਹਾਂ, ਪਰ ਜਿੰਨੀ ਕਰ ਸਕਦੇ ਹਾਂ ਉਹ ਜ਼ਰੂਰ ਲੈਣੀ ਚਾਹੀਦੀ ਇਹਨਾਂ ਬੱਚਿਆਂ 'ਚ। ਜਿਹਨੂੰ ਕਿ ਅਸੀਂ ਐਂਟੀਨੇਟਲ ਪੀਰੀਅਡ ਦੇ ਵਿੱਚ ਡਾਇਗਨੋਸ ਕਰ ਸਕਦੇ ਹਾਂ। ਔਰ ਮੇਰੇ ਕੋਲ ਹੱਲੇ ਵੀ ਇਹੋ ਜਿਹੇ ਕਈ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਨੇ, ਜਿਵੇਂ ਡਾਕਟਰ ਮੋਨਿਕਾ ਨੇ ਦੱਸਿਆ ਕਿ ਪਹਿਲੇ 3 ਮਹੀਨੇ ਬੜੇ ਇੰਪੋਰਟੈਂਟ ਨੇ ਅਲਟਰਾਸਾਊਂਡ ਪੁਆਇੰਟ ਆਫ ਵਿਊ, ਸਰਟਨ ਟੈਸਟ ਪੁਆਇੰਟ ਆਫ ਵਿਊ। ਇੱਕ ਸਕੈਨ ਹੁੰਦਾ ਲੈਵਲ 2 ਅਲਟਰਾਸਾਊਂਡ ਜਿਹੜਾ ਅਸੀਂ 18 to 22 ਵੀਕਸ ਆਫ ਪ੍ਰੈਗਨੈਂਸੀ ਦੇ ਵਿੱਚ ਕਰਾਉਂਦੇ ਹਾਂ, ਐਂਡ ਇੱਕ ਟੈਸਟ ਹੈ ਡਿਊਅਲ ਮਾਰਕਰ ਟੈਸਟ ਜਾਂ ਕੁਆਡਰਪਲ ਟੈਸਟ, ਜਿਹਦੇ ਥਰੂ ਅਸੀਂ ਡਾਊਨ ਸਿੰਡਰੋਮ ਦਾ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਪਤਾ ਲਗਾ ਸਕਦੇ ਹਾਂ। ਪਰ ਕਈ ਹੱਲੇ ਉਹੀ ਲੈਕ ਆਫ ਅਵੇਅਰਨੈਸ ਹੈ ਜਿਹੜੇ ਲੋਕਾਂ ਨੂੰ ਪਤਾ ਨਹੀਂ ਹੁੰਦਾ, ਐਂਡ ਉਹ ਬੱਚਾ ਜਨਮ ਵੀ ਲੈ ਲੈਂਦਾ ਜਿਹੜਾ ਕਿ ਅਸੀਂ ਟਾਈਮ ਤੋਂ ਪਹਿਲਾਂ ਪਤਾ ਲਗਾ ਸਕਦੇ ਹਾਂ। ਉਹ ਬੱਚਾ ਇੱਕ ਪੇਰੈਂਟਸ ਵਾਸਤੇ ਵੀ, ਸੁਸਾਇਟੀ ਵਾਸਤੇ ਵੀ, ਫਿਰ ਉਹਨਾਂ ਨੂੰ ਸਪੈਸ਼ਲ ਚਾਈਲਡ ਨੂੰ ਟ੍ਰੇਨ ਕਰਨਾ, ਉਹ ਇੱਕ ਪੇਰੈਂਟਸ ਵਾਸਤੇ ਇੱਕ ਬੋਝ ਜਿਹਾ ਬਣ ਜਾਂਦਾ ਹੈਗਾ। ਤੇ ਇਸ ਕਰਕੇ ਇਹੀ ਇੰਪੋਰਟੈਂਸ ਹੈਗੀ ਹੈ ਗੁੱਡ ਐਂਟੀਨੇਟਲ ਕੇਅਰ ਦੀ, ਕੰਪਰੀਹੈਂਸਿਵ ਹੈਲਥ ਕੇਅਰ ਫੈਸਿਲਿਟੀਜ਼ ਲੈਣ ਦੀ, ਤਾਂ ਕਿ ਇਹ ਜਿਹੜੀਆਂ ਪ੍ਰੋਬਲਮਸ ਨੇ ਜੇ ਅਸੀਂ ਟਾਈਮ ਤੋਂ ਪਹਿਲਾਂ ਡਾਇਗਨੋਸ ਕਰ ਸਕਦੇ ਹਾਂ, ਰੋਕ ਸਕਦੇ ਹਾਂ, ਟਰੀਟ ਕਰ ਸਕਦੇ ਹੋ, ਤਾਂ ਜ਼ਰੂਰ ਉਹਦਾ ਫਾਇਦਾ ਲੈਣਾ ਚਾਹੀਦਾ ਹੈ। ਡਾਕਟਰ ਸਾਹਿਬ ਇੱਕ ਛੋਟਾ ਜਿਹਾ ਦੇਖੋ, ਅਸੀਂ ਹਰ ਪੇਸ਼ੈਂਟ ਦੀ ਜਿਹਦੇ 'ਚ ਵੀ ਨਾਰਮਲ ਡਿਲੀਵਰੀ ਹੋ ਸਕਦੀ ਹੈ, ਅਸੀਂ ਹਰ ਕੋਸ਼ਿਸ਼ ਕਰਦੇ ਹਾਂ ਕਿ ਪੇਸ਼ੈਂਟ ਦੀ ਨਾਰਮਲ ਡਿਲੀਵਰੀ ਕਰਾਈ ਜਾਏ, ਪਰ ਉਹ ਇਕੱਲਾ ਡਾਕਟਰ ਦਾ ਐਫਰਟ ਨਹੀਂ, ਪੇਸ਼ੈਂਟ ਦਾ ਐਫਰਟ ਵੀ ਚਾਹੀਦਾ ਹੈ। ਅੱਜ ਕੱਲ੍ਹ ਦੀਆਂ ਕੁੜੀਆਂ ਜਰਾ ਵੀ ਪੇਨ ਬਰਦਾਸ਼ਤ ਨਹੀਂ ਕਰਦੀਆਂ, ਕਈ ਮਦਰਸ ਹੀ ਆ ਜਾਂਦੀਆਂ ਨੇ ਕਿ ਡਾਕਟਰ ਸਾਹਿਬ ਅਸੀਂ ਨਹੀਂ ਇਹਨੂੰ ਪੇਨਸ ਦਵਾਉਣੀਆਂ ਹੈਗੀਆਂ। ਅੱਜ ਕੱਲ੍ਹ ਇਹ ਵੀ ਇੱਕ ਪ੍ਰੋਬਲਮ ਆਉਂਦੀ ਹੈ। ਡਾਕਟਰ ਦੇ ਹਰ ਐਫਰਟ ਹੁੰਦੇ ਨੇ, ਸਾਨੂੰ ਨਾਰਮਲ ਡਿਲੀਵਰੀ 'ਚ ਪੇਸ਼ੈਂਟ ਨਾਲੋਂ ਜ਼ਿਆਦਾ ਐਫਰਟ ਲਗਾਉਣੇ ਪੈਂਦੇ ਨੇ। ਔਰ ਸਾਡੇ ਕੋਲ ਫਿਜ਼ੀਓਥੈਰੇਪਿਸਟ ਹੈ, ਸਾਡੇ ਕੋਲ ਸਾਰੀਆਂ ਫੈਸਿਲਿਟੀਜ਼ ਨੇ, ਵੀ ਹੈਵ ਐਨੈਸਥੈਟਿਸਟ 24 ਆਵਰਸ ਅਵੇਲੇਬਲ ਹੂ ਕੈਨ ਗਿਵ ਐਪੀਡਿਊਰਲ ਐਨੈਸਥੀਸੀਆ। ਅਸੀਂ ਪੇਸ਼ੈਂਟ ਨੂੰ ਹਰ ਤਰੀਕੇ ਨਾਲ ਕਾਉਂਸਲ ਕਰਦੇ ਹਾਂ। ਕੁਝ ਪ੍ਰੋਬਲਮਸ ਨੇ ਜਿਹੜੀਆਂ ਕਿ ਅੱਜ ਕੱਲ੍ਹ ਡਾਇਗਨੋਸਟਿਕ ਫੈਸਿਲਿਟੀ ਸਾਡੇ ਕੋਲ ਇੰਨੀਆਂ ਐਡਵਾਂਸ ਨੇ ਕਿ ਉਹਦੇ 'ਚ ਪਤਾ ਲੱਗ ਜਾਂਦਾ ਹੈ, ਠੀਕ ਹੈ ਨਾ। ਜਦ ਮੰਨ ਲਓ ਕੋਈ ਪੇਸ਼ੈਂਟ ਨੂੰ ਰਿਸਕ ਫੈਕਟਰ ਹੈਗਾ, ਪਲਸੈਂਟਾ ਨੀਚੇ ਹੈ, ਬਲੱਡ ਪ੍ਰੈਸ਼ਰ ਜ਼ਿਆਦਾ ਹੈ, ਬੱਚੇ ਦਾ weight ਬਹੁਤ ਘੱਟ ਹੈ ਜਾਂ ਬੱਚੇ ਦਾ weight ਜ਼ਿਆਦਾ ਹੈ, ਬੱਚੇ ਦੇ ਗਲੇ ਦੇ ਦੁਆਲੇ 2-3 ਲੂਪ ਹੈਗੇ ਨੇ, ਨਾੜੂ ਦੇ ਹੈਗੇ, ਜਿਹਦੇ ਉਹਦਾ ਪੇਸ਼ੈਂਟ ਦੀ ਹੱਡੀ ਐਡੀ ਵਧੀਆ ਨਹੀਂ ਹੈਗੀ ਉਹਦੇ 'ਚ ਨਾਰਮਲ ਡਿਲੀਵਰੀ ਹੋ ਸਕੇ, ਜਾਂ ਅਸੀਂ 24 ਘੰਟੇ ਤੋਂ ਵੇਟ ਕਰ ਰਹੇ ਹਾਂ, ਪੇਨਸ ਨਹੀਂ, ਪੇਸ਼ੈਂਟ ਡਿਲੀਵਰ ਨਹੀਂ ਕਰ ਰਿਹਾ, ਪ੍ਰੋਗਰੈਸ ਨਹੀਂ ਹੋ ਰਹੀ, ਬੇਬੀ ਦਾ ਹਾਰਟ ਡਿਪ ਕਰ ਗਿਆ, ਜਾਂ ਕੋਈ ਪ੍ਰੋਬਲਮ ਹੋ ਗਈ, ਮਕੋਨੀਅਮ ਆ ਗਿਆ, ਪੋਟੀ ਅੰਦਰ ਨਿਕਲ ਗਈ, ਇਹੋ ਜਿਹੀਆਂ ਕੰਡੀਸ਼ਨਸ ਹੈ ਜਿਹਦੇ 'ਚ ਸਾਨੂੰ ਸਿਜ਼ੇਰੀਅਨ ਕਰਨਾ ਪੈਂਦਾ ਹੈ। ਔਰ ਮੈਨੂੰ ਇੱਕ ਲੱਗਦਾ ਹੈਗਾ ਐਜ਼ ਏ ਔਰਤ ਹੋਣ ਦੇ ਨਾਤੇ ਵੀ ਕਿ ਜੇ ਉਹਨੂੰ ਪੇਸ਼ੈਂਟ ਨੂੰ ਕਾਫੀ ਦੇਰ ਲੇਬਰ 'ਚ ਰੱਖ ਕੇ ਬੱਚੇ ਨੂੰ ਕੋਈ ਪ੍ਰੋਬਲਮ ਹੋ ਜਾਵੇ ਜਾਂ ਕੋਈ ਪ੍ਰੋਬਲਮ ਹੋ, ਐਬਨੋਰਮਲ ਬੇਬੀ ਹੋਣ ਨਾਲੋਂ ਅੱਛਾ ਹੈ ਕਿ ਅਸੀਂ ਉਹਨੂੰ ਹੈਲਦੀ ਮਦਰ ਤੇ ਹੈਲਦੀ ਬੇਬੀ ਨਾਲ ਹੀ ਇੱਥੋਂ ਡਿਸਚਾਰਜ ਕਰੀਏ। ਜਿਹੜੇ ਫੈਮਿਲੀ ਡਾਕਟਰਸ ਹੈਗੇ ਉਹਨਾਂ ਦਾ ਹੈਲਥ ਸੈਕਟਰ ਵਿੱਚ ਆਪਣਾ ਬਹੁਤ ਇੰਪੋਰਟੈਂਟ ਰੋਲ ਰਹਿੰਦਾ ਹੈਗਾ, ਬਟ ਜਿਹੜੇ ਬੱਚੇ ਹੁੰਦੇ ਹੈਗੇ ਨੇ, ਬੱਚੇ ਯਾਨੀ ਕਿ ਨਵਜਨਮੇ ਬੱਚੇ ਤੋਂ ਲੈ ਕੇ 18 ਹੁਣ ਲੇਟੈਸਟ ਹੈਗੇ ਅਪ ਟੂ 14 to 18 ਈਅਰ ਤੱਕ ਵੀ ਲੈਂਦੇ ਹੈਗੇ ਆ, ਉਹਨਾਂ ਦੀ ਆਪਣੀ ਸਪੈਸੀਫਿਕ ਹੈਲਥ ਪ੍ਰੋਬਲਮਸ ਹੁੰਦੀਆਂ ਨੇ ਜਿਹਨਾਂ ਦੀ ਸਪੈਸੀਫਿਕ ਡਾਕਟਰ ਸਪੈਸ਼ਲਿਸਟ ਪੀਡੀਆਟ੍ਰੀਸ਼ੀਅਨ ਦੀ ਜ਼ਰੂਰਤ ਪੈਂਦੀ ਹੈਗੀ ਹੈ ਫॉर ਬੈਟਰ ਆਊਟਕਮ, ਸੋ ਬੈਟਰ ਹੈਲਥ ਰਿਜ਼ਲਟ ਐਂਡ ਗੁੱਡ ਆਊਟਕਮਸ। ਇਸ ਕਰਕੇ ਆਲਵੇਜ਼ ਬੈਟਰ ਕਿ ਤੁਸੀਂ ਬੱਚਿਆਂ ਦੀ ਪ੍ਰੋਬਲਮਸ ਬੱਚਿਆਂ ਦੇ ਸਪੈਸ਼ਲਿਸਟ ਨੂੰ ਦਿਖਾਈਏ। आई एम अ न्यूरोलॉजिस्ट, दैट मीन्स जो फर्स्ट 28 डेज़ के जो बच्चे हैं 21st मंथ ऑफ लाइफ में आई एम एक्सपर्ट इन दैट, एंड उसके बाद मैम देखते हैं मदर एंड 18 ईयर्स। हम यहाँ पे जो भी हाई रिस्क डिलीवरीज हैं, जैसे मैम ने बताया कि हमारे पास रेडियोलॉजिकल सर्विसेज और डायग्नोस्टिक फैसिलिटीज़ हैं, वी कैन आइडेंटिफाई हाई रिस्क डिलीवरीज इमीडिएटली बिफोर बर्थ। ऐसे केसेस में द पीडियाट्रिशियन न्यूरोलॉजिस्ट इज अवेलेबल बिफोर द डिलीवरी, ताकि जैसे ही बच्चा हो हम उसको प्रॉपर केयर दे सकें। हमारे पास फुली इक्विप्ड डिपो है जिसमें वेंटिलेटर, हाइड्रोनेजल कैनुला, सेंट्रल लाइन्स, ब्लड ट्रांसफ्यूजन, ऑल हाई एंड ड्रग्स हम दे सकते हैं। उसके अलावा हमारे पास रूटीन न्यूबॉर्न स्क्रीनिंग हम जरूर करते हैं। बहुत सारी बीमारियाँ ऐसी हैं जो हम पहले ही बच्चे के पैदा होते ही हम डायग्नोस कर सकते हैं, उसका प्रॉपर ट्रीटमेंट कर सकते हैं। उसमें से एक हाइपोथायरॉयडिज्म की बीमारी है, मतलब थायराइड का कम होना। जो थायराइड का कम होने की वजह से बच्चे को एक सेरेब्रल पैल्सी वाली बीमारी हो सकती है। हम इसकी स्क्रीनिंग बर्थ पे करते हैं
G6PD की डेफिशिएंसी है, उसकी हम स्क्रीनिंग बर्थ पे करते हैं। बच्चे का ब्लड ग्रुप क्या है, बच्चा आगे जाके कैसे रहेगा, उसकी स्क्रीनिंग हम बर्थ पे करते हैं। हमारे पास हियरिंग असेसमेंट के लिए भी है स्पेशल मशीन कि बच्चा आगे जाके सुन पाएगा कि नहीं सुन पाएगा, अगर मदर पेरेंट्स को ऐसा डाउट रहता है, वी आर स्क्रीनिंग फॉर दैट। फिर प्रीटर्म बच्चे जो होते हैं उनकी आँख अच्छे से नहीं बनती एंड उसको कहते हैं रेटिनोपैथी ऑफ प्रीमेच्योर, उसके लिए भी यहाँ स्पेशल टीम हमारे यहाँ पे डॉक्टर आके खुद ही स्क्रीनिंग करके जाते हैं। सो एक बच्चे को एक न्यूबॉर्न में जो रिक्वायरमेंट रहती है दैट इज गिवन इन NICU होलसम, उसके लिए बाहर जाने की जरूरत नहीं है। आपकी स्कैन्स है, CT है, MRI है बच्चों के लिए, कोई वैक्सीनेशन की फैसिलिटी है, जो भी है वो वी आर टेकिंग केयर अंडर वन। तो द डिपार्टमेंट ऑफ पीडियाट्रिक्स एंड न्यूरोलॉजी इन द Amandeep Medicity is a comprehensive team working with all the other specialists also to provide a good care for you. So I like to say, जी अमनदीप मेडिसिटी इज़ अ वेरी गुड प्लेटफॉर्म, इज़ अ वेरी गुड हॉस्पिटल। हमारा एम ये है कि हम जो हमारे पेशेंट्स आते हैं हम उनको अंडर वन रूफ सारी सर्विसेज दे सकें, चाहे डायग्नोस्टिक हो, काउंसलिंग हो या मेडिकल थेरेपीज़ हो, एंड 18 साल के बच्चों तक की हम चिकित्सा यहाँ पे करते हैं। नॉट जस्ट मेडिकल डिजॉर्डर्स बट उनके इमोशनल वेलबींग का भी ख्याल किया जाता है। जो किशोर बालक बालिकाएँ होती हैं अप टू एज ऑफ 18 ईयर्स, उनको मेडिकल प्रॉब्लम्स के अलावा तरह तरह की इमोशनल प्रॉब्लम्स रहते हैं, जैसे सब्सटेंस एंड ड्रग अब्यूज़, डिप्रेशन, सुसाइडल टेंडेंसीज, इस तरह के प्रॉब्लम्स रहते हैं। तो इन अ वेरी नियर फ्यूचर हम उनके लिए भी स्पेशल क्लिनिक स्टार्ट करने वाले हैं एडोलसेंट हेल्थ क्लिनिक्स के नाम से, जहाँ पे उनको सही मार्गदर्शन मिल सके, ट्रीटमेंट की जरूरत है तो सही मल्टीडिसिप्लिनरी अप्रोच के थ्रू सही ट्रीटमेंट मिल सके और उनका भविष्य सुधर सके, ठीक रह सके। सब्सक्राइब कीजिए हमारे चैनल को और बेल आइकन को दबाइए हमारी लेटेस्ट वीडियो सबसे पहले देखने के लिए।